ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਤੁਹਾਡਾ ਰਿਸ਼ਪਾਲ ਸਿੰਘ ਗਿੱਲ, ਮੁੱਖ ਸੇਵਾਦਾਰ, ਨੈਸ਼ਨਲਿਸਟ ਜਸਟਿਸ ਪਾਰਟੀ। ਸਾਥੀਓ, ਪੰਜਾਬ ਦਾ ਅੱਜ ਸਭ ਤੋਂ ਵੱਡਾ ਦਿਖਾਂਤ ਇਹ ਹੈ ਕਿ ਉਹ ਪੰਜਾਬੀ ਜਿਨ੍ਹਾਂ ਨੇ ਜਿਹੜੇ ਵਾਰਿਸ ਸੀ ਮਹਾਰਾਜਾ ਰਣਜੀਤ ਸਿੰਘ ਦੇ, ਜਿਹੜੇ ਵਾਰਿਸ ਸੀ ਸ਼ਹੀਦ ਭਗਤ ਸਿੰਘ ਦੇ, ਰਾਜਗੁਰੂ ਸੁਖਦੇਵ ਦੇ, ਲਾਲਾ ਲਾਜਪਤ ਰਾਏ ਦੇ, ਜਿਹੜੇ ਵਾਰਿਸ ਸੀਗੇ ਹਰੀ ਸਿੰਘ ਨਲਵੇ ਦੇ, ਜਿਹੜੇ ਵਾਰਿਸ ਸੀ ਬਾਬਾ ਜੀਵਨ ਸਿੰਘ ਦੇ, ਜਿਹੜੇ ਵਾਰਿਸ ਸੀ ਬਾਬਾ ਦੀਪ ਸਿੰਘ ਉਹਨਾਂ ਦੇ। ਔਰ ਦੁਖਾਂਤ ਇਹ ਹੈ ਕਿ ਉਹਨਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਹੈ ਉਹ ਅੱਜ ਰਾਹੁਲ ਹੋ ਗਿਆ, ਕੇਜਰੀਵਾਲ ਹੋ ਗਿਆ, ਮੋਦੀ, ਅਮਿਤ ਸ਼ਾਹ ਹੈਗਾ, ਸੋਨੀਆ ਗਾਂਧੀ ਹੈਗੀ ਹੈ। ਇਹ ਜਿਹੜੇ ਲੋਕ ਜਿਹੜੇ ਇਸ ਤਰੀਕੇ ਦੇ ਚਲਾਕ ਔਰ ਮਕਾਰ ਲੋਕ ਨੇ, ਉਹ ਉਹਨਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ। ਔਰ ਪੰਜਾਬ ਦੇ ਜਿਹੜੇ ਕੁਝ ਲੋਕ ਨੇ, ਉਹਨਾਂ ਨੂੰ ਉਹ ਆਪਣਾ ਮੁਕਤੀ ਦਾਤਾ ਸਮਝਣ ਲਈ ਤਿਆਰ ਵੀ ਬੈਠੇ। ਮੇਰੀ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਆਪਣਾ ਮੁਕਤੀ ਦਾਤਾ ਸਮਝਣ ਵਾਸਤੇ ਤਿਆਰ ਵੀ ਬੈਠੇ ਆ। ਮੈਂ ਸਾਰੇ ਪੰਜਾਬੀਆਂ ਦੀ ਗੱਲ ਨਹੀਂ ਕਰਦਾ, ਸਾਰੇ ਪੰਜਾਬੀ ਇੱਕੋ ਜਿਹੇ ਨਹੀਂ ਹੈਗੇ। ਮੈਂ ਉਹਨਾਂ ਪੰਜਾਬੀਆਂ ਦੀ ਗੱਲ ਕਰਦਾ ਜਿਹੜੇ ਇਹਨਾਂ ਦੇ ਇਹ ਜਿਨ੍ਹਾਂ ਨੂੰ ਇਹ ਮਤਲਬ ਇਹ ਜਿਹੜੇ ਮਕਾਰ ਲੋਕ ਨੇ ਇਹ ਉੱਲੂ ਬਣਾਈ ਜਾ ਰਹੇ ਨੇ। ਦੇਖੋ ਨਾ, ਕੱਲ ਕੇਜਰੀਵਾਲ ਜਿਹੜਾ ਆਮ ਆਦਮੀ ਪਾਰਟੀ ਵਾਲਾ, ਟੋਪੀ ਵਾਲਿਆਂ ਦਾ, ਉਹ ਆਇਆ, ਉਹ ਆ ਕੇ ਪਹਿਲੀ ਗਰੰਟੀ, ਦੂਜੀ ਗਰੰਟੀ, ਵਾਟ ਇਜ਼ ਗਰੰਟੀ? ਪਹਿਲੀ ਗਰੰਟੀ ਦੇ ਗਿਆ ਜੀ ਉਹ ਬਿਜਲੀ ਦੇ ਬਿੱਲਾਂ ਦੇ ਬਾਰੇ ਦੇ ਵਿੱਚ ਗਰੰਟੀ ਹੈ ਜੀ, ਫਲਾਣਾ ਜੀ, ਢਮਕਾਣਾ ਜੀ, ਨਾ ਤੇਰੇ ਕੋਲ ਤਾਕਤ ਹੈ, ਨਾ ਤੇਰੇ ਕੋਲ ਕਲਮ ਹੈ, ਨਾ ਤੇਰੇ ਕੋਲ ਕੋਈ ਦੂਸਰੀ ਹੈ, ਪਹਿਲਾਂ ਮੈਨੂੰ ਸੱਤਾ ਦਿਓ ਤੇ ਫਿਰ ਮੈਂ ਦੇਖਾਂਗਾ। ਔਰ ਜੋ ਤੂੰ ਦਿੱਲੀ 'ਚ ਹਾਲ ਕੀਤਾ ਲੋਕਾਂ ਦਾ, ਉਹ ਲੋਕਾਂ ਦੇ ਸਾਹਮਣੇ ਹੈ, ਉਹ ਸਾਰਾ ਲੋਕ ਦੇਖ ਰਹੇ ਨੇ। ਕੱਲ ਜਿਹੜੀ ਤੂੰ ਗਰੰਟੀ ਦੇ ਰਿਹਾ ਹੈਗਾ ਕੋਈ ਸਿਹਤ ਸੇਵਾਵਾਂ ਦੇ ਬਾਰੇ ਦੇ ਵਿੱਚ, ਉਹ ਜਿਹੜੀ ਗਰੰਟੀ ਦੇ ਰਿਹਾ, ਉਹ ਜਿਹੜੀ ਦਿੱਲੀ ਦੇ ਵਿੱਚ ਜੋ ਕੁਛ ਤੂੰ ਕੀਤਾ, ਉਹ ਜਿਹੜੀਆਂ ਤੇਰੀਆਂ ਮਹੱਲਾ ਕਲੀਨਿਕ ਸੀਗੀਆਂ, ਉੱਥੇ ਤਾਂ ਸੂਰ ਨੇ ਰਹਿੰਦੇ, ਉੱਥੇ ਕਿਤੇ ਕੁੱਤੇ ਬੈਠੇ ਹੋਏ ਨੇ। ਔਰ ਤੇਰਾ ਜਿਹੜਾ ਉੱਥੇ ਸਿੱਖਿਆ ਦਾ ਪੱਧਰ ਹੈ ਜਾਂ ਜਿਹੜਾ ਸਿਹਤ ਦਾ ਪੱਧਰ ਹੈ, ਉਹ RTI ਦੇ ਨਾਲ ਕਢਾਓ। ਪਰ ਮੈਂ ਉਹਨਾਂ ਜਿਹੜੇ ਇਹਨਾਂ ਦੇ ਹੈਗੇ ਨੇ, ਇਹਨਾਂ ਨੂੰ ਮੁਕਤੀ ਦਾਤਾ ਸਮਝਦੇ ਨੇ, ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਕਢਾ ਲਓ ਕਿ ਦਿੱਲੀ ਦੇ ਵਿੱਚ ਸਿੱਖਿਆ ਦਾ ਜਾਂ ਸਿਹਤ ਦਾ ਪੱਧਰ ਕੀ ਹੈ, ਔਰ ਜੋ ਕਰੋਨਾ ਦੇ ਵਿੱਚ ਹਾਲ ਹੋਇਆ ਉਹ ਕੀ ਹੋਇਆ ਹੈਗਾ। ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਗੱਲ ਕਰਦਾ, ਇਹ ਸਟੈਟਿਕਸ ਨੇ ਜਿਹੜੇ ਸੈਂਟਰ ਗਵਰਨਮੈਂਟ ਦੇ ਜਾਂ ਸੈਂਟਰਲ ਏਜੰਸੀਆਂ ਦੇ ਜਿਹੜੇ ਅੰਕੜੇ ਨੇ, ਉਹ ਤੁਹਾਨੂੰ ਦੱਸ ਦੇਣਗੇ ਕਿ ਸਿੱਖਿਆ ਦਾ ਪੱਧਰ ਕੀ ਹੈ ਦਿੱਲੀ ਦੇ ਵਿੱਚ, ਔਰ ਸਿਹਤ ਦਾ ਪੱਧਰ ਕੀ ਹੈ ਉੱਥੇ, ਔਰ ਲੋਕਾਂ ਦੇ ਰਹਿਣ ਸਹਿਣ ਦਾ ਪੱਧਰ ਕੀ ਹੈ, ਜਿਹੜਾ ਇਹ ਤੁਹਾਨੂੰ ਇੱਥੇ ਗਰੰਟੀਆਂ ਦੇਈ ਜਾਂਦਾ। ਕਿਹੜੇ ਐਫੀਡੇਵਿਟ ਤੂੰ ਲਿਖ ਕੇ ਦਿੰਦਾ, ਕਿ ਕਿਸ ਚੀਜ਼ ਦੀ ਗਰੰਟੀ ਦਿੰਦਾ? ਮੈਂ ਹੈਰਾਨ ਹਾਂ ਇਹਨਾਂ ਪੰਜਾਬੀਆਂ ਦੇ ਉੱਤੇ ਵੀ, ਮਤਲਬ ਜਿਵੇਂ ਇਹਨਾਂ ਲੋਕਾਂ ਦੇ ਜਿਹੜੇ ਪੰਜਾਬੀ ਨੇ, ਜਿਹੜੇ ਇਹਨਾਂ ਦੇ ਪਛਲੱਗੂ ਮੁਕਤੀ ਦਾਤਾ ਜਿਹੜੇ ਇਹਨਾਂ ਨੂੰ ਸਮਝਦੇ ਆ, ਤੇ ਦਿਮਾਗ ਦੇ ਵਿੱਚ ਉਹਨਾਂ ਦੇ ਤੂੜੀ ਭਰੀ ਹੋਈ ਹੈ। ਉਹ ਨਾਲ ਜਿਹੜੇ ਨੇ ਉਹ ਬੈਠੇ ਹੁੰਦੇ ਨੇ ਐ ਮੈਊ ਬਣ ਕੇ, ਉਹ ਮਾਨ ਵਰਗੇ, ਭਗਵੰਤ ਮਾਨ ਵਰਗੇ, ਦੂਜੇ ਚੌਥੇ, ਉਹ ਐ ਬੈਠੇ ਹੁੰਦੇ ਨੇ ਜਿਵੇਂ ਉਹ ਯਤੀਮ ਬੈਠੇ ਹੁੰਦੇ ਆ। ਇਹ ਵਿੱਚ ਉਹ ਜੋ ਬਕਵਾਸ ਆਉਂਦੀ ਆ, ਜੋ ਗੱਲ ਆਉਂਦੀ ਆ, ਉਹ ਪੱਤਰਕਾਰਾਂ ਨੂੰ ਕਹੀ ਜਾ ਰਿਹਾ। ਔਰ ਤੂੰ ਜਿਹੜਾ ਇਹ ਕਰਮ ਕਰਕੇ ਗਿਆ ਪਿਛਲੀ ਵਾਰੀ ਇਲੈਕਸ਼ਨ ਦੇ ਵਿੱਚ, ਜਿਹੜਾ ਤੂੰ ਜਿਹੜਾ ਮਜੀਠੀਏ ਦੇ ਕੋਲੋਂ ਲਿਖਤੀ ਮਾਫੀ ਮੰਗ ਕੇ ਗਿਆ, ਔਰ ਤੈਨੂੰ ਜੇ ਅਗਰ ਸ਼ਰਮ ਹੁੰਦੀ, ਇੰਨੀ ਵੀ ਹਯਾ ਹੁੰਦੀ, ਤੇਰੇ ਕੇਜਰੀਵਾਲ ਦੇ ਕੋਲ ਕੋਈ ਰੱਤੀ ਭਰ ਵੀ ਸ਼ਰਮ ਹੁੰਦੀ, ਔਰ ਤੂੰ ਪੰਜਾਬ ਦੀ ਧਰਤੀ ਤੇ ਵੜਦਾ, ਕਿਉਂਕਿ ਤੂੰ ਉਸ ਆਦਮੀ ਕੋਲ, ਜਿਸ ਆਦਮੀ ਕੋਲ ਦੀਆਂ ਇਹ ਫਾਈਲਾਂ ਜਿਹੜੀਆਂ ਨੇ, ਉਹ ਕੈਪਟਨ ਸਾਹਿਬ ਨੇ ਜਿਹੜੀਆਂ ਖੋਲੀਆਂ ਨਹੀਂ ਹੈ, ਜਿਹੜਾ ਜਿਸ ਬੰਦੇ ਨੇ
ਉਸ ਆਦਮੀ ਨੇ ਪੰਜਾਬ ਦੀ ਨੌਜਵਾਨੀ ਖਾ ਲਈ ਸਾਰੀ, ਪੰਜਾਬ ਦੀ ਆਰਥਿਕਤਾ ਸਾਰੀ ਖਾ ਲਈ। ਉਸ ਨੌਜਵਾਨ ਜਿਹੜੇ ਬੰਦੇ ਨੇ ਪੰਜਾਬ ਦੀ ਕਿਸਾਨੀ ਖਾ ਲਈ, ਪੰਜਾਬ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ। ਉਸ ਬਿਕਰਮਜੀਤ ਮਜੀਠੀਏ ਕੋਲੋਂ, ਜਿਹੜਾ ਗਦਾਰ ਪਰਿਵਾਰ ਨਾਲ ਸੰਬੰਧਿਤ ਸੀਗਾ, ਤੂੰ ਲਿਖਤੀ ਮਾਫੀ ਮੰਗ ਕੇ ਗਿਆ। ਔਰ ਉਸ ਤੋਂ ਬਾਅਦ ਐਡਾ ਵੱਡਾ ਬੇਸ਼ਰਮ ਆਦਮੀ ਤੂੰ ਹੈ, ਫਿਰ ਪੰਜਾਬ ਦੇ ਵਿੱਚ ਆ ਕੇ ਲੋਕਾਂ ਨੂੰ ਗਰੰਟੀਆਂ ਦੇਣ ਦੇ। ਔਰ ਇਸ ਤੋਂ ਵੱਡਾ ਦਿਖਾਂਤ ਹੋਰ ਕੀ ਹੋ ਸਕਦਾ? ਔਰ ਇਸ ਤੋਂ ਵੱਡੇ ਜਿਹੜੇ ਉਹ ਇਹਨਾਂ ਦੇ ਜਿਹੜੇ ਇਹਨਾਂ ਨੂੰ ਮੁਕਤੀ ਦਾਤਾ ਸਮਝਦੇ ਨੇ, ਉਹ ਇਸ ਤੋਂ ਵੱਡੇ ਉਹ ਮੂਰਖ ਕੌਣ? ਮਤਲਬ ਮੈਂ ਬੜਾ ਕਈ ਵਾਰੀ ਸੋਚਦਾ ਜਦੋਂ ਇਸ ਚੀਜ਼ ਨੂੰ, ਬੜਾ ਹੈਰਾਨ ਹੁੰਦਾ ਵੀ ਏਡੇ ਵੀ ਮੂਰਖ ਇਹ ਬੰਦੇ ਬੈਠੇ ਹੈਗੇ ਨੇ ਜਿਹੜੇ ਅਜੇ ਵੀ ਇਹਨੂੰ ਮੁਕਤੀ ਦਾਤਾ ਸਮਝਦੇ ਨੇ। ਔਰ ਪੰਜਾਬ ਦੇ ਤੂੰ ਦਿੱਲੀ ਔਰ ਪੰਜਾਬ ਬਾਰਡਰ ਸਟੇਟ ਹੈਗੀ ਹੈ। ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈਗਾ, ਪੰਜਾਬ ਦੀ ਵਿਵਸਥਾ ਕੁਛ ਹੋਰ ਹੈ, ਪੰਜਾਬ ਦੇ ਲੋਕ ਕੁਛ ਹੋਰ ਨੇ, ਪੰਜਾਬ ਦੇ ਲੋਕਾਂ ਦੇ ਕਰੈਕਟਰ ਕੁਛ ਹੋਰ ਨੇ। ਤੂੰ ਆ ਕੇ ਟੋਪੀ ਦੇ ਕਰਕੇ ਤੇ ਤੂੰ ਆ ਕੇ ਬੋਲੀ ਜਾਣਾ, ਗਰੰਟੀਆਂ ਦੇਈ ਜਾ ਰਿਹਾ। ਕਿਸ ਚੀਜ਼ ਦੀਆਂ ਗਰੰਟੀਆਂ ਦੇਈ ਜਾ ਰਿਹਾ? ਮੈਂ ਤਾਂ ਕਹਿੰਦਾ ਇਹਦੇ ਕੋਲ ਐਫੀਡੈਵਿਟ ਲਿਖ ਕੇ ਦਿਓ ਵੀ ਕੱਲ ਨੂੰ ਮੈਂ ਲਵੋ ਇਹਦੇ ਕੋਲੋਂ ਕਿ ਤੂੰ ਕੱਲ ਨੂੰ ਆ ਗਰੰਟੀਆਂ ਜਿਹੜੀਆਂ ਦੇ ਰਿਹਾ ਹੈਗਾ, ਨਹੀਂ ਦਊਂਗਾ ਤਾਂ ਤੇਰੇ ਮੇਰੇ ਤੇ ਭਾਵੇਂ ਪਰਚਾ ਕੀਤਾ ਜਾਵੇ। ਔਰ ਮੈਂ ਤੈਨੂੰ ਲਿਖ ਕੇ ਦੇ ਦੇਣਾ, ਜਿਸ ਤਰੀਕੇ ਨਾਲ ਮਜੀਠੇ ਕੋਲੋਂ ਇਹ ਮਾਫੀ ਮੰਗ ਕੇ ਲਿਖਤੀ ਭੱਜਿਆ ਸੀਗਾ, ਇਸੇ ਤਰੀਕੇ ਨਾਲ ਭੱਜੂਗਾ। ਕਿਉਂਕਿ ਇਹ ਲੋਕ ਇਸ ਆਦਮੀ ਨੂੰ ਤਾਂ ਸ਼ਰਮ ਹੀ ਨਹੀਂ ਹੈ। ਅਗਰ ਕੋਈ ਸ਼ਰਮ ਰੱਤੀ ਭਰ ਵੀ ਹੁੰਦੀ ਤਾਂ ਪੰਜਾਬ ਦੀ ਧਰਤੀ ਤੇ ਪੈਰ ਨਾ ਰੱਖਦਾ। ਔਰ ਦੂਸਰੀ ਗੱਲ ਜਿਹੜੀ ਮੈਂ ਗੱਲ ਕਰਨੀ, ਦੇਖੋ ਇੱਕ ਪੰਜਾਬ ਦੇ ਵਿੱਚ ਇਸ ਟਾਈਮ ਕਿਸਾਨੀ ਬਹੁਤ ਸਭ ਤੋਂ ਵੱਡਾ ਮੁੱਦਾ ਕਿਸਾਨ ਮਜ਼ਦੂਰਾਂ ਦਾ ਹੈਗਾ। ਉਸ ਬਾਰੇ ਦੇ ਵਿੱਚ ਇਹਦੇ ਵਿੱਚ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਕਾਂਗਰਸ ਜਿਹੜੀ ਹੈਗੀ ਹੈ ਉਹ ਆਪਣੀ ਕਾਟੋ ਕਲੇਸ਼ ਦੇ ਵਿੱਚ ਲੱਗੀ ਹੋਈ ਹੈ। ਚਲੋ ਜੇ ਤੁਹਾਨੂੰ 2-3 ਮਹੀਨੇ ਕੰਮ ਕਰਨ ਦਾ ਮੌਕਾ ਮਿਲਿਆ, ਤੁਸੀਂ ਆਰਾਮ ਦੇ ਨਾਲ ਕੰਮ ਕਰੋ, ਲੋਕਾਂ ਨੂੰ ਕੰਮ ਕਰਕੇ ਦਿਖਾਓ। ਜੇ ਕੋਈ ਚੀਫ ਮਿਨਿਸਟਰ ਤੁਹਾਨੂੰ ਮਿਲਿਆ ਹੈਗਾ ਜਾਂ ਕੋਈ ਹੋਰ ਕੋਈ ਕੀਤੀ ਹੈਗੀ ਹੈ, ਤੁਸੀਂ ਲੋਕਾਂ ਨੂੰ ਡਿਲੀਵਰੀ ਤੇ ਦਿਓ ਨਾ, ਜਸਟਿਸ ਡਿਲੀਵਰੀ ਦੇ ਕੇ ਦਿਖਾਓ, ਲੋਕਾਂ ਨੂੰ ਕੰਮ ਕਰਕੇ ਦਿਖਾਓ। ਕੋਈ ਅੱਜ ਮੈਨੂੰ ਕੱਲ ਪਤਾ ਲੱਗਾ ਹੈਗਾ ਉੱਥੋਂ ਕਿ ਕੋਈ ਇਹਨਾਂ ਦੀ ਫਾਈਲ ਨਹੀਂ, ਕੋਈ ਇਹਨਾਂ ਦਾ ਸੀਐਮ ਦਫ਼ਤਰ ਨਹੀਂ ਅਜੇ ਵੜਿਆ ਵਿਚਾਰਾ, ਕੋਈ ਇਹਨਾਂ ਦਾ ਕੋਈ ਫਾਈਲ ਸਾਈਨ ਨਹੀਂ ਹੋਈ, ਕੋਈ ਕੰਮ ਨਹੀਂ ਹੋ ਰਿਹਾ। ਪੰਜਾਬ ਦੇ ਹਾਲਾਤ ਇੰਨੇ ਐਬਨੋਰਮਲ ਨੇ। ਅੱਜ ਜਦੋਂ ਦੀ ਅਸਥਿਰਤਾ ਆਈ ਹੋਈ ਹੈ, ਅੱਜ ਜਦੋਂ ਦਾ ਕਾਂਡੋ ਕਲੇਸ਼ ਕਾਂਗਰਸ ਦਾ ਪਿਆ ਹੋਇਆ ਆਪਸ ਦੇ ਵਿੱਚ, ਇਹਨਾਂ ਨੂੰ ਆਪਣੀ ਮਤਲਬ ਜਿਹੜੀ ਹੈ ਘਸੁੰਨ-ਮੁੱਕੀ ਹੋਈ ਜਾ ਰਹੇ ਨੇ। ਪਬਲਿਕ ਦਾ ਕੋਈ ਫਿਕਰ ਨਹੀਂ ਹੈ। ਔਰ ਮੇਰੇ ਕੋਲ ਕੱਲ ਆਦਮੀ ਆਏ ਸੀਗੇ ਔਰ ਇੱਧਰੋਂ ਕੁਛ ਮਾਝੇ ਤੋਂ ਆਏ ਸੀ, ਕੁਛ ਮਾਲਵੇ ਤੋਂ ਆਏ ਹੋਏ ਸੀ। ਮੈਂ ਹੈਰਾਨ ਸੀਗਾ ਕਿ ਪ੍ਰਸ਼ਾਸਨ ਦਾ ਇੰਨਾ ਕੋ ਬੁਰਾ ਹਾਲ ਹੈ। ਪ੍ਰਸ਼ਾਸਨ ਦਾ ਈਵਨ ਮੈਂ ਦੁਆਬੇ ਦੀ ਵੀ ਗੱਲ ਕਰ ਦਿੰਦਾ, ਮੈਨੂੰ ਨੇੜੇ ਮੇਰਾ ਸ਼ਹਿਰ ਹੈਗਾ, ਮੈਂ ਹੈਗਾ ਉੱਥੇ ਮੇਰੀ ਗੱਲ ਵੀ ਹੋਈ ਹੈ, ਡਿਪਟੀ ਸਾਹਿਬ ਦੇ ਨਾਲ ਵੀ ਹੋਈ ਹੈ 2-3 ਵਾਰੀ, ਮੈਂ ਉਹਨਾਂ ਦੀ ਦੂਸਰਿਆਂ ਨਾਲ ਵੀ ਹੋਈ ਹੈ। ਕੱਲ ਵੀ ਮੈਂ ਕੋਈ ਸੀਨੀਅਰ ਅਫਸਰ ਦੇ ਨਾਲ ਉੱਥੇ ਗੱਲ ਕੀਤੀ ਹੈਗੀ ਹੈ। ਮਤਲਬ ਹਾਲਾਤ ਇੰਨੇ ਹੈ ਕਿ ਜਿਹੜੇ 302 307 ਦੇ ਮਾਮਲੇ ਹੈਗੇ ਆ, ਉਹਨਾਂ ਦੀਆਂ ਇਨਵੈਸਟੀਗੇਸ਼ਨਸ ਚੱਲ ਰਹੀਆਂ ਨੇ, ਉਹ FIR ਦਰਜ ਨਹੀਂ ਹੋ ਰਹੀ। ਔਰ ਉਹ ਜਿਹੜੇ ਨੇ ਉਹ ਦੇਖਦੇ ਨੇ ਕਿ ਜਿਹੜੀ ਕੋਈ ਘਟਨਾ ਵਾਪਰਦੀ ਹੈ ਉਹਦੇ ਵਿੱਚ ਜਿਹੜੀਆਂ, ਕੱਲ ਮੈਂ ਇੱਕ ਆਫੀਸਰ ਨਾਲ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਵੀ ਤੈਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਇਹਦੇ ਵਿੱਚ ਧਾਰਾ ਕਿਹੜੀਆਂ ਲੱਗਣੀਆਂ ਹੈਗੀਆਂ, ਤੁਸੀਂ ਧਾਰਾ ਕਿਹੜੀਆਂ ਲਾਈਆਂ ਹੈਗੀਆਂ, ਕ੍ਰਾਈਮ ਕੀ ਹੋਇਆ ਔਰ ਧਾਰਾ ਕਿਹੜੀਆਂ ਲੱਗੀਆਂ ਹੋਈਆਂ। ਔਰ ਉਹ ਆਫੀਸਰ ਦੇ ਕੋਲ ਕੋਈ ਜਵਾਬ ਨਹੀਂ ਸੀ। ਨਹੀਂ ਜੀ ਬਿਆਨਾਂ ਦੇ ਆਧਾਰ ਦੇ ਉੱਤੇ ਜੀ ਹੋ ਗਿਆ ਜੀ, ਗਲਤੀ ਹੋ ਗਈ ਜੀ, ਹੁਣ ਅਸੀਂ ਇਹਦੇ ਵਿੱਚ ਅਸੀਂ ਅਮੈਂਡਮੈਂਟ ਕਰ ਦਿੰਦੇ ਹਾਂ ਜੀ, ਅਸੀਂ ਜੇ ਕਰਦੇ ਨੇ। ਮੈਂ ਕਿਹਾ ਇਹ ਤਾਂ ਮਾਮੂਲੀ ਗੱਲ ਹੈ, ਇਹ ਤਾਂ ਇੱਕ ਆਮ ਸਧਾਰਨ ਆਦਮੀ ਨੂੰ ਪਤਾ ਹੁੰਦਾ ਵੀ ਆਹ ਕ੍ਰਾਈਮ ਹੋਇਆ, ਇਹਦੀ ਇਹ ਧਾਰਾ ਆਹ ਲੱਗਣੀ ਚਾਹੀਦੀ ਹੈ। ਔਰ ਤੁਸੀਂ ਉਹ ਇਨਕਲੂਡ ਹੀ ਨਹੀਂ ਕੀਤੀ। ਤੁਸੀਂ ਤਾਂ ਐਂ ਸਮਝਿਆ ਜਿਵੇਂ ਗੋਲੀਆਂ ਚੱਲੀਆਂ ਨੇ ਔਰ 4 ਬੰਦਿਆਂ ਦੇ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਨੇ ਔਰ ਉਹ ਹਸਪੀਟਲ ਪਿਆ ਨੇ, ਤੇ ਤੁਹਾਡੇ ਹਿਸਾਬ ਦੇ ਨਾਲ ਤੇ ਅਜੇ ਤੱਕ ਕੋਈ ਮਤਲਬ ਕੋਈ ਕ੍ਰਾਈਮ ਹੀ ਕੋਈ ਨਹੀਂ ਹੋਇਆ ਹੈ। ਔਰ ਜਿਹੜੇ ਉਹ ਸਾਡੇ ਵਿਚਾਰੇ ਕਈ ਲੋਕ ਸੀਗੇ, ਜਿਹੜੇ ਗਰੀਬ ਆਦਮੀ ਸੀਗੇ, ਉਹਨਾਂ ਨੇ ਉਹ ਪਿੱਛੇ ਨਸ਼ਿਆਂ ਦੇ ਵਿੱਚ ਪਾ ਕੇ ਜਾਂ ਭੁੱਕੀਆਂ ਪਾ ਕੇ ਜਾਂ ਉਹਨਾਂ ਸ਼ਰਾਬ ਪਾ ਕੇ ਉਹ ਸਾਰੇ ਅੰਦਰ ਡੱਕ ਦਿੱਤੇ, ਜਿਨ੍ਹਾਂ ਨੇ ਕੀਤੇ ਕੁਛ ਨਹੀਂ ਸੀਗਾ। ਸਾਡਾ ਵਿਚਾਰਾ ਇੱਕ ਆਦਮੀ ਸੀਗਾ, ਉਹਨੂੰ 3 ਵਾਰੀ ਇਹਨਾਂ ਨੇ
ਇਸ ਪੋਲੀਟੀਕਲ ਰਾਈਵਲਟੀ ਕਰਕੇ ਕਦੀ ਕਦੀ ਕਿਸੇ ਕੇਸ ਦੇ ਵਿੱਚ, ਕਦੀ ਕਿਸੇ ਕੇਸ ਦੇ ਵਿੱਚ ਅੰਦਰ ਧੱਕੀ ਜਾਂਦੇ ਹੈਗੇ। ਔਰ ਜਦੋਂ ਪੁਲਿਸ ਦੇ ਉੱਤੇ ਆ ਕੇ ਪੁਲਿਸ ਨੂੰ ਸਮਝਾਈਦਾ ਜਾਂ ਗੱਲ ਕਰੀਦੀ ਆ, ਮੁੜ ਕੇ ਆ ਕੇ ਕਹਿੰਦੇ ਜੀ ਗਲਤੀ ਹੋ ਗਈ। ਅੱਛਾ, ਹੁਣ ਮੈਂ ਦੱਸੋ, ਜਿਹੜੀ ਚੀਜ਼ ਵਾਪਰ ਗਈ, ਜਿਹੜਾ ਬੰਦੇ ਦੇ ਨਾਲ ਘਟਨਾ ਵਾਪਰ ਗਈ, ਜਿਸ ਬੰਦੇ ਦੀ ਜ਼ਿੰਦਗੀ ਦੇ ਉੱਤੇ ਦਾਗ ਲੱਗ ਗਿਆ, ਤੇ ਇੱਕ ਤਾਂ ਇਹ ਤੁਸੀਂ ਤਾਂ ਸਿੰਪਲ ਲਫ਼ਜ਼ ਕਹਿਤਾ ਕਿ ਜੀ ਇੱਥੇ ਜੀ ਇਹ ਹੋ ਗਿਆ ਜੀ, ਸਾਡੇ ਕੋਲ ਗਲਤੀ ਹੋ ਗਈ, ਔਰ ਜਿਹੜਾ ਅਗਲੇ ਦੀ ਤੇ ਜ਼ਿੰਦਗੀ ਖਰਾਬ ਹੋ ਗਈ ਨਾ, ਸਮਾਜਿਕ ਦਾਇਰਾ ਉਹਦਾ ਖਰਾਬ ਹੋ ਗਿਆ, ਪਰਿਵਾਰਿਕ ਦਾਇਰਾ ਖਰਾਬ ਹੋਇਆ, ਆਰਥਿਕ ਤੌਰ ਤੇ ਉਹਦਾ ਨੁਕਸਾਨ ਹੋ ਗਿਆ, ਉਹ ਤਾਂ ਕਿਸੇ ਪਾਸੇ ਜੋਗਾ ਨਹੀਂ ਰਿਹਾ। ਸੋ ਪੰਜਾਬ ਦੇ ਪ੍ਰਸ਼ਾਸਨ ਦਾ ਅੱਜ ਇਹ ਹਾਲ ਹੈ, ਮਤਲਬ ਆ ਜਿਹੜੀ ਹੋ ਰਹੀ, ਕੋਈ ਪੁੱਛਣ ਵਾਲਾ ਹੀ ਨਹੀਂ ਹੈ, ਮਤਲਬ ਵੀ ਤੁਸੀਂ ਕੀ ਕਰਦੇ ਹੋ, ਕੀ ਕਹਿੰਦੇ ਹੋ, ਕਿੰਨੇ ਵਜੇ ਆਉਂਦੇ ਹੋ, ਕਿੰਨੇ ਵਜੇ ਜਾਂਦੇ ਹੋ। ਪ੍ਰਸ਼ਾਸਨ ਬਿਲਕੁਲ ਨਾਕਾਮ ਹੈ ਪੰਜਾਬ ਇਸ ਟਾਈਮ, ਲਵਾਰਸ ਹੈ ਜਿਹੜੀ ਇਹ ਕਾਂਗਰਸ ਦੀ ਕਾਟੋ ਕਲੇਸ਼ ਪਈ ਹੋਈ ਹੈ, ਜਿਹੜਾ ਕੰਮ ਕੀਤਾ ਹੋਇਆ। ਸਮਾਜਿਕ ਜਿਹੜੀ ਇੱਕ ਹੋਰ ਵੱਡੀ ਸਮੱਸਿਆ ਜਿਹੜੀ ਹੈ ਇਹ ਕ੍ਰੀਏਟ ਹੋ ਰਹੀ ਹੈ ਆ ਜਦੋਂ ਦੀ ਸਰਕਾਰ ਬਣੀ ਹੈ। ਇਸ ਤੋਂ ਬਾਅਦ ਇੱਕ ਸਮਾਜਿਕ ਜਿਹੜੀ ਹੈ ਵਿਵਸਥਾ ਜਿਹੜੀ ਹੈਗੀ ਹੈ, ਉਹ ਉਹਦੇ ਵਿੱਚ ਬੜੀ ਵੱਡੀ ਇੱਕ ਗਿਰਾਵਟ ਆ ਰਹੀ ਹੈ। ਔਰ ਅਗਰ ਇਹਦੇ ਉੱਤੇ ਜ਼ਿਆਦਾ ਨਾ ਧਿਆਨ ਦਿੱਤਾ ਗਿਆ, ਜਿਸ ਤਰੀਕੇ ਦੇ ਨਾਲ ਲਵਾਰਸ ਪੰਜਾਬ ਛੱਡਿਆ ਗਿਆ ਹੈ, ਇਸ ਤਰੀਕੇ ਦੇ ਨਾਲ ਜਿਵੇਂ ਆ ਸਰਕਾਰ, ਕਿਉਂਕਿ ਇਹ ਤਾਂ ਜਾਂ ਦਿੱਲੀ ਰਹਿੰਦੇ, ਦਿੱਲੀ ਚੰਡੀਗੜ੍ਹ ਪੰਜਾਬ ਦੇ ਨਾਲ ਮਤਲਬ ਨਹੀਂ। ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਪੰਜਾਬ ਦੇ ਵਿੱਚ ਜਿਹੜਾ ਸਮਾਜਿਕ ਜਿਹੜੀ ਸਾਡੀ ਵਿਵਸਥਾ ਉਹ ਵਿਗੜ ਰਹੀ ਹੈ। ਕਈ ਸ਼ਰਾਰਤੀ ਲੋਕ ਨੇ ਜਿਹੜੇ ਨੇ ਉਹ ਗੱਲਾਂ ਜਿਹੜੀਆਂ ਨੇ ਉਹ ਕੋਈ ਕਿਸੇ ਤਰੀਕੇ ਦੀ ਕਰ ਰਿਹਾ, ਕੋਈ ਕਿਸੇ ਤਰੀਕੇ ਦੀ ਕਰ ਰਿਹਾ ਹੈਗਾ। ਕਿਉਂਕਿ ਇਹਦੇ ਵਿੱਚ ਇਹ ਸਾਡਾ ਜਿਹੜਾ ਢਾਂਚਾ ਹੈਗਾ, ਜਿਹੜਾ ਸਾਡਾ ਆਪਸੀ ਭਾਈਚਾਰੇ ਦਾ ਢਾਂਚਾ ਹੈਗਾ, ਸਮਾਜਿਕ ਵਿਵਸਥਾ ਹੈਗੀ ਹੈ, ਉਹਦੇ ਵਿੱਚ ਅਸਥਿਰਤਾ ਆ ਰਹੀ ਹੈ, ਗਿਰਾਵਟ ਆ ਰਹੀ ਹੈ, ਦਿਨੋਂ ਦਿਨ ਆ ਰਹੀ ਹੈ। ਉਹਦਾ ਰਿਜ਼ਲਟ ਜਿਹੜਾ ਹੈ ਵੀ ਉਹ ਲੜਾਈਆਂ ਹੋ ਰਹੀਆਂ ਨੇ ਲੋਕਾਂ ਦੇ ਵਿੱਚ ਆਪਸ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਗੋਲੀਆਂ ਚੱਲਣ ਰਹੀਆਂ ਨੇ, ਕੋਈ ਕਿਤੇ ਚੱਲਣ ਰਹੀ ਹੈ, ਕੋਈ ਕਿਤੇ ਚੱਲਣ ਰਹੀ ਹੈ। ਮਤਲਬ ਬਿਲਕੁਲ ਕਿਉਸ ਆਈ ਪਈ ਹੈ ਪੰਜਾਬ ਦੇ ਵਿੱਚ। ਔਰ ਜੋ ਕਪਤਾਨ ਸਾਹਿਬ ਹੁਣ ਕੱਲ ਚਲੇ ਗਏ ਸੀਗੇ, ਦਿੱਲੀ ਚਲੇ ਗਏ ਸੀਗੇ, ਉਹ ਜੋ ਕੁਛ ਕਰਕੇ ਆਏ ਨੇ, ਨਵੀਂ ਪਾਰਟੀ ਬਣਾਉਣੀ, ਜਿਹੜੇ ਪਹਿਲਾਂ ਚੰਨ ਚਾੜ ਲੈਣੇ ਕਾਂਗਰਸ ਦੇ ਸਰਕਾਰ ਦੇ ਵਿੱਚ ਰਹਿ ਕੇ, ਤੁਸੀਂ ਮੁੱਖ ਮੰਤਰੀ ਰਹਿ ਕੇ 9.5 ਸਾਲ, ਹੁਣ ਜਦੋਂ ਨਵੀਂ ਪਾਰਟੀ ਬਣਾ ਲਓਗੇ ਉਹ ਵੀ ਫਿਰ ਚੰਨ ਚੜ ਜਾਣਗੇ, ਉਸੇ ਤਰੀਕੇ ਦੇ ਚੰਨ ਚੜ ਜਾਣਗੇ। ਫਿਰ ਇੱਕ ਰੂਸਾ ਪਹਿਲਾਂ ਮਾਣ ਨਹੀਂ ਸੀ, ਫਿਰ 3-4 ਰੱਖ ਲਈਓ ਜਦੋਂ ਤੁਹਾਡੇ ਤੇ ਕੋਈ ਹਾਈ ਕਮਾਂਡ ਜਾਂ ਕੰਟਰੋਲ ਹੀ ਨਹੀਂ ਹੋਊਗਾ। ਇਹ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਭਾਵਕ ਮੈਂ ਕਰਦਾ ਹੈਗਾ, ਅਪੀਲ ਕਰਦਾ ਹੈਗਾ ਕਿ ਤੁਸੀਂ ਦੇਖੋ, ਪੰਜਾਬ ਦੇ ਉਸ ਧਰਤੀ ਤੇ ਜਨਮ ਲਿਆ ਹੈਗਾ, ਉਹਨਾਂ ਯੋਧਿਆਂ ਦੀ ਧਰਤੀ ਤੇ ਜਨਮ ਲਿਆ ਹੈਗਾ, ਜਿਹੜੇ ਯੋਧਿਆਂ ਨੇ ਕੰਧਾਰ ਕਾਬਲ ਤੱਕ ਉਹਨਾਂ ਉਹ ਜਿੱਤ ਪ੍ਰਾਪਤਾਂ ਕੀਤੀਆਂ ਹੈਗੀਆਂ ਨੇ। ਔਰ ਅੱਜ ਅਸੀਂ ਵਿਚਾਰੇ ਬਣ ਕੇ ਬਹਿ ਗਏ ਹਾਂ। ਅੱਜ ਸਾਨੂੰ ਸਮਝਾਉਣ ਵਾਸਤੇ, ਸਾਡੇ ਮਾਰਗਦਰਸ਼ਨ ਕਰਨ ਵਾਸਤੇ ਬਾਹਰੋਂ ਉਹ ਲੋਕ ਆ ਰਹੇ ਨੇ, ਬਾਹਰਲੇ ਲੋਕ ਆ ਰਹੇ ਨੇ, ਉਹ ਸਾਡੇ ਜਿਹੜੇ ਰੈਬਰ ਬਣ ਕੇ ਆ ਰਹੇ ਨੇ, ਅਸੀਂ ਡਾਇਰੈਕਸ਼ਨਾਂ ਲੈ ਰਹੇ ਹਾਂ ਉਹਨਾਂ ਦੇ ਕੋਲ। ਸੋ ਦੋਸਤੋ, ਮੈਂ ਆਪਣੇ ਸਾਥੀਆਂ ਨੂੰ ਇਹ ਅਪੀਲ ਕਰਾਂਗਾ, ਦੇਖੋ ਸਾਡੀ ਨੈਸ਼ਨਲਿਸਟ ਜਸਟਿਸ ਪਾਰਟੀ ਹੈਗੀ ਹੈ, ਔਰ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਇਲੈਕਸ਼ਨ ਜਿਹੜਾ ਹੈਗਾ ਅਸੀਂ ਲੜ ਰਹੇ ਹਾਂ। ਕੈਂਡੀਡੇਟ ਸਾਡੇ ਅਸੀਂ ਡਿਕਲੇਅਰ ਕਰ ਵੀ ਦਿੱਤੇ ਨੇ, ਔਰ ਜਿਹੜੇ ਰਹਿੰਦੇ ਨੇ ਉਹ ਕਰ ਵੀ ਦਿਆਂਗੇ। ਤੇ ਮੈਂ ਭਾਵਕ ਇੱਕ ਅਪੀਲ ਕਰਾਂਗਾ ਤੁਹਾਨੂੰ ਕਿ ਤੁਸੀਂ ਐਕੀ ਪੰਜਾਬ ਦੇ ਜਿਹੜੇ ਸਹੀ ਲੋਕ ਨੇ ਉਹਨਾਂ ਨੂੰ ਇੱਕ 2022 ਦੇ ਵਿੱਚ ਮੌਕਾ ਦਿਓ, ਕਿਉਂਕਿ ਇਹ ਜਿਹੜੇ ਚੱਲ ਰਿਹਾ, ਜੋ ਸਿਸਟਮ ਚੱਲ ਰਿਹਾ, ਅਗਰ ਇਹੀ ਸਿਸਟਮ ਚੱਲਦਾ ਗਿਆ ਤੇ ਇਹ ਤਾਂ ਪੰਜਾਬ ਦੇ ਹਾਲਾਤ ਤਾਂ ਬਹੁਤ ਐਬਨੋਰਮਲ ਹੋ ਜਾਣਗੇ, ਬਹੁਤ ਜ਼ਿਆਦਾ ਐਬਨੋਰਮਲ ਹੋ ਜਾਣਗੇ। ਸੋ ਮੈਂ ਅਪੀਲ ਕਰਦਾ ਕਿ ਤੁਸੀਂ ਨੈਸ਼ਨਲਿਸਟ ਜਸਟਿਸ ਪਾਰਟੀ ਦਾ ਸਾਥ ਦਿਓ, ਔਰ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਜਿਹੜੇ ਸਾਡੇ ਸਾਥੀ ਨੇ, ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਲੋਕਾਂ ਦੇ ਵਿੱਚ ਜਾ ਕੇ ਸਮਝਾਓ, ਔਰ ਲੋਕਾਂ ਦੇ ਵਿੱਚ ਜਾ ਕੇ ਇਹ ਗੱਲਾਂ ਨੂੰ ਦੱਸੋ, ਔਰ ਲੋਕਾਂ ਨੂੰ ਜਾ ਕੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਉਹਨਾਂ ਦੇ ਖਾਨੇ ਦੇ ਵਿੱਚ ਪਾਓ ਕਿ ਤੁਸੀਂ ਕਰ ਕੀ ਰਹੇ ਹੋ, ਔਰ ਤੁਹਾਨੂੰ ਕਰਨਾ ਕੀ ਚਾਹੀਦਾ।
तो मैं ਲਾਸਟ 'ਚ ਇਹੀ ਅਪੀਲ ਕਰਾਂਗਾ ਕਿ ਤੁਸੀਂ ਆਓ ਸਾਡੇ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਝੰਡੇ ਥੱਲੇ ਆਓ, ਸਾਰੇ ਪੰਜਾਬੀ ਜਿਹੜੇ ਅਸੀਂ ਰਲ ਮਿਲ ਕੇ ਅਸੀਂ ਇਹ ਜਿਹੜੀ ਚੜਾਲ ਚਮਕੜੀ ਹੈ, ਜੋ ਕੁਝ ਇਹ ਤਮਾਸ਼ਾ ਹੋ ਰਿਹਾ ਹੈਗਾ, ਇਹਨੂੰ ਕਮ ਸੇ ਕਮ ਬੰਦ ਕਰਕੇ ਔਰ ਆਪਣੀ ਇੱਕ ਵਧੀਆ ਇੱਕ ਸਰਕਾਰ ਬਣਾ ਕੇ ਔਰ ਅਸੀਂ ਪੰਜਾਬ ਨੂੰ ਇੱਕ ਵਧੀਆ ਭਵਿੱਖ ਦਈਏ, ਆਪਣੇ ਨੌਜਵਾਨਾਂ ਨੂੰ ਵਧੀਆ ਭਵਿੱਖ ਦਈਏ। ਹਾਂ, ਨੌਜਵਾਨਾਂ ਦੇ ਬਾਰੇ ਦੇ ਵਿੱਚ ਇਹਨਾਂ ਨੂੰ ਕੀ ਫਿਕਰ ਹੈ? ਇਹ ਤਾਂ ਕਰੋੜਾਂ ਅਰਬਾਂ ਰੁਪਈਆ ਇਕੱਠਾ ਕੀਤਾ ਹੋਇਆ ਔਰ ਕਰੀ ਜਾ ਰਹੇ ਨੇ। ਇਹਨਾਂ ਨੂੰ ਕੀ ਫਰਕ ਹੈਗਾ? ਇਹਨਾਂ ਦੀਆਂ 7 ਪੀੜ੍ਹੀਆਂ ਨੇ ਇੰਨਾ ਰੁਪਈਆ ਇਕੱਠਾ ਕਰ ਲੈ ਕੇ ਉਹ ਖਾਈ ਜਾਣ, ਅਮਰੀਕਾ ਬੈਠ ਕੇ ਖਾਈ ਜਾਣ, ਇੰਗਲੈਂਡ ਬੈਠ ਕੇ ਖਾਈ ਜਾਣ, ਜਿੱਥੇ ਮਰਜ਼ੀ ਖਾਈ ਜਾਣ। ਇਹ ਦੁਬਈ ਸਵਿਸ ਬੈਂਕਾਂ ਦੇ ਵਿੱਚ ਭਰੇ ਪਏ ਨੇ ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਤਾਂ ਗਰੀਬ ਔਰ ਸ਼ਰੀਫ ਨੂੰ ਨੇ। ਔਰ ਉਹਦੇ ਵਿੱਚ ਵੀ ਸਾਡੀ ਸਮਾਜਿਕ ਵਿਵਸਥਾ ਦੇ ਵਿੱਚ ਇੱਕ ਫਰਕ ਪੈ ਰਿਹਾ ਹੈਗਾ, ਜਿਹੜੀ ਗੰਭੀਰ ਮਸਲਾ ਹੈ ਅੱਜ ਦੀ ਡੇਟ ਦੇ ਵਿੱਚ। ਪਰ ਮੈਂ ਇਹੀ ਅਪੀਲ ਕਰਾਂਗਾ ਕਿ ਮੈਂ ਅਕਾਲੀਆਂ ਨੂੰ ਤਾਂ ਮੈਂ ਕਿਸੇ ਗਿਣਤੀ 'ਚ ਹੀ ਨਹੀਂ ਗਿਣਦਾ, ਕਿਉਂਕਿ ਸਾਰੀ ਬਿਮਾਰੀ ਦੀ ਜੜ ਹੀ ਅਕਾਲੀ ਨੇ। ਜਦੋਂ ਦਾ ਬਾਦਲ ਪਰਿਵਾਰ ਆਇਆ, ਇਹ ਜੜ ਹੀ ਹੈ ਇਹਨਾਂ ਦਾ। ਇਹ ਤਾਂ ਐਕੀ ਤੇ ਇਹਨਾਂ ਦੇ ਮੇਰਾ ਖਿਆਲ ਐਕੀ ਕਿਤੇ 2 ਦਾ ਅੰਕੜਾ ਵੀ ਪਾਰ ਕਰ ਜਾਣ ਤਾਂ ਬਹੁਤ ਵੱਡੀ ਗੱਲ ਹੈਗੀ ਆ। ਉਹ ਤੇ ਇੱਕ ਚੰਦ ਇੱਕ ਮਤਲਬ ਇਹਨਾਂ ਦੇ ਉਹ ਲੋਕ ਨੇ ਜਿਨ੍ਹਾਂ ਨੂੰ ਕੁਛ ਇਹਨਾਂ ਨੇ ਟੁਕੜੇ ਪਾਏ ਹੋਏ ਨੇ, ਇਹਨਾਂ ਨਾਲ ਤੁਰੇ ਫਿਰਦੇ ਨੇ। ਅਦਰਵਾਈਜ਼ ਬੰਦਾ ਤਾਂ ਇਹਨਾਂ ਦੇ ਨਾਲ ਹੈ ਕੋਈ ਨਹੀਂ। ਇਹਨਾਂ ਦੀ ਤਾਂ ਗੱਲ ਹੀ ਕਰਨੀ ਜਿਹੜੀ ਹੈ ਉਹ ਬੇਮੈਨੇ ਹੈਗੀ ਹੈ। ਸੋ ਮੈਂ ਇਹੀ ਅਪੀਲ ਕਰਾਂਗਾ ਕਿ ਤੁਸੀਂ ਰਲ ਮਿਲ ਕੇ ਸਾਡੀ ਨੈਸ਼ਨਲਿਸਟ ਜਸਟਿਸ ਪਾਰਟੀ ਜਿਹੜੀ ਹੈ ਉਹ ਪੰਜਾਬ ਔਰ ਦੇਸ਼ ਦੇ ਹਿੱਤ ਵਾਸਤੇ ਬਹੁਤ ਵਧੀਆ ਕੰਮ ਕਰ ਰਹੀ ਹੈ, ਜੀ ਜਾਨ ਨਾਲ ਕੰਮ ਕਰ ਰਹੀ ਹੈ। ਸਾਡਾ ਏਜੰਡਾ ਬਹੁਤ ਮਜ਼ਬੂਤ ਹੈਗਾ ਔਰ ਆਓ ਰਲ ਮਿਲ ਕੇ ਅਸੀਂ 2022 ਦੇ ਵਿੱਚ ਇੱਕ ਮਜ਼ਬੂਤ ਔਰ ਇੱਕ ਸਥਿਰ ਔਰ ਪੰਜਾਬ ਦੇ ਹਿੱਤ ਵਾਲੀ ਸਰਕਾਰ ਜਿਹੜੀ ਬਣਾਈ ਹੈ। ਧੰਨਵਾਦ।